ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਮਿੰਟੂ ਜੀ ਵੈਲਕਮ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ, ਠੀਕ ਹੋ? ਹਾਂ ਜੀ। ਭਾਰਤੀ ਪ੍ਰਧਾਨ ਮੰਤਰੀ ਜਨਾਬ ਨਰਿੰਦਰ ਮੋਦੀ ਸਾਹਿਬ ਜੋ ਇਸ ਵਕਤ ਵਿਸ਼ਾ ਉੱਥੇ ਜਿਹੜਾ ਹੈ ਚੱਲਦਾ ਪਿਆ ਬੜਾ ਵੱਡਾ, ਗ੍ਰਿਫਤਾਰੀਆਂ ਵੀ ਹੋ ਰਹੀਆਂ ਨੇ, ਵਿਰੋਧ ਪ੍ਰਦਰਸ਼ਨ ਵੀ ਹੋ ਰਹੇ ਹਨ, ਅਗਨੀਪਤ, ਉਸ ਨੂੰ ਫਾਇਦੇਮੰਦ ਦੱਸਿਆ ਪ੍ਰਧਾਨ ਮੰਤਰੀ ਸਾਹਿਬ ਨੇ। ਔਰ ਸਿੱਕਮ ਨੇ ਪ੍ਰਦਰਸ਼ਨ ਦਾ ਐਲਾਨ ਕੀਤਾ, ਫੌਜ ਵੱਲੋਂ ਨੋਟਿਸ ਜਿਹੜਾ ਹੈ ਨੋਟੀਫਿਕੇਸ਼ਨ ਜਾਰੀ ਹੋਇਆ ਔਰ ਪਹਿਲੀ ਵਾਰੀ ਹੈ ਕਿ ਫੌਜ ਦੇ ਜਰਨਲ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਇਸ ਤਰ੍ਹਾਂ ਦੀ ਕੋਈ ਸਟੇਟਮੈਂਟ ਲੈ ਕੇ। ਕੀ ਕਹਿਣਾ ਚਾਹੋਗੇ? ਦੇਖੋ, ਗਵਰਨਮੈਂਟ ਦੀ ਟੈਕਟਿਕ ਹੁੰਦੀ ਹੈ ਕਿਉਂਕਿ ਫੌਜ ਦੇ ਜਰਨੈਲਾਂ ਨੂੰ ਤੁਸੀਂ ਜ਼ਿਆਦਾ ਕ੍ਰਿਟੀਸਾਈਜ਼ ਨਹੀਂ ਕਰ ਸਕਦੇ ਪੋਲੀਟੀਕਲੀ। ਇਹ ਗੇਮ ਹੁੰਦੀ ਹੈ ਰਾਜਨੀਤੀ ਦੇ ਵਿੱਚ, ਸ਼ਹਿ ਮਾਰ ਦਾ ਖੇਡ ਹੈ। ਇਹਦੇ ਵਿੱਚ ਸਰਕਾਰ ਜਿਹੜੀ ਹੈ ਉਹ ਪਰਦੇ ਦੇ ਪਿੱਛੇ ਆ। ਹੁਣ ਇਸ ਟਾਈਮ ਪ੍ਰਧਾਨ ਮੰਤਰੀ ਦਾ ਕੱਲ ਬਿਆਨ ਆਇਆ, ਉਸ ਤੋਂ ਪਹਿਲਾਂ ਗ੍ਰਹਿ ਮੰਤਰੀ ਨੇ ਕਿਹਾ ਸੀਗਾ ਕਿ ਅਸੀਂ 10% ਰਿਜ਼ਰਵੇਸ਼ਨ ਦੇ ਦਿੰਦੇ ਇਹਦੇ ਵਿੱਚ। ਬਾਕੀ ਮਤਲਬ ਕਿ ਜੋ ਪਾਲਿਸੀ ਇਹਨਾਂ ਨੇ ਬਣਾਈ, ਜ਼ਿੰਮੇਵਾਰ ਤਾਂ ਇਹ ਨੇ, ਪਰ ਉਹ ਫੌਜੀ ਜਰਨੈਲਾਂ ਦੀ ਪੀਸੀ ਦਾ ਮਤਲਬ ਇਹੀ ਨਿਕਲਦਾ ਹੈ ਕਿ ਦੂਜਿਆਂ ਵਾਸਤੇ ਕ੍ਰਿਟਿਸਿਜ਼ਮ ਲਈ ਜਿਹੜੀ ਸਪੇਸ ਆ ਬਿਲਕੁਲ ਖਤਮ ਕਰ ਦਿੱਤੀ ਹੈ। ਫੌਜ ਨੂੰ ਕੀ ਕਹੋਗੇ ਤੁਸੀਂ? ਫੌਜ ਦੇ ਜਰਨੈਲਾਂ ਦੀ ਨਿੰਦਿਆ ਕਰਕੇ ਇਹਨਾਂ ਨੇ ਫਸਣਾ ਕਿ ਪੁਲਵਾਮਾ ਵਾਲੇ ਮਾਮਲੇ 'ਚ ਕਿਸ ਤਰ੍ਹਾਂ ਫਸੇ ਸਨ। ਇਸ ਕਰਕੇ ਗੇਮ ਹੁੰਦੀ ਹੈ। ਤਾਂ ਦੂਜੇ ਪਾਸੇ ਜੇ ਦੇਖੀਏ ਤਾਂ ਦੇਖੋ, ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਵਾ, ਪ੍ਰਧਾਨ ਮੰਤਰੀ ਕਹਿ ਰਹੇ ਨੇ ਕਿ ਕੰਮ ਦੀ ਯੋਜਨਾ, ਚਲੋ ਠੀਕ ਹੈ ਜੀ। ਪਰ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਉਹਦੇ ਵਿੱਚ ਸਾਰਾ ਕੁਝ ਸਾਫ਼ ਹੈ, ਸਪਸ਼ਟ ਹੈ। ਮੈਂ ਤੁਹਾਨੂੰ ਕੁਝ ਦਿਨ ਪਹਿਲੇ ਦੱਸ ਦਿੱਤਾ ਸੀਗਾ ਕਿ ਇਹਨਾਂ ਦੀ ਵਰਦੀ ਵਗੈਰਾ ਵੀ ਅਲੱਗ ਹੋਏਗੀ, ਤਾਂ ਉਹ ਸਾਰਾ ਕੁਝ ਨੋਟੀਫਿਕੇਸ਼ਨ ਦੇ ਵਿੱਚ ਮੈਂਸ਼ਨ ਹੈ ਕਿ ਬਈ ਇਹਨਾਂ ਦਾ ਮਤਲਬ ਕਿ ਇੱਕ ਤੇ ਸਥਾਈ ਕੋਈ ਰੈਂਕ ਨਹੀਂ ਹੈ, ਰੈਂਕ ਹੀ ਅਲੱਗ ਹੋਏਗਾ। ਸੈਕਿੰਡ ਚੀਜ਼ ਇਹ ਆ ਕਿ ਵਰਦੀ ਦਾ ਨਿਸ਼ਾਨ ਅਲੱਗ ਹੋਏਗਾ। ਹਾਂ, ਕੁਛ ਮਤਲਬ ਕਿ ਇੱਕ ਜਿੱਦਾਂ ਕਰੀਏ ਡਿਵੈਲਪਮੈਂਟ ਇਹ ਹੋਈ ਹੈ ਕਿ ਕਾਰਪੋਰੇਟ ਘਰਾਣੇ ਕਹਿ ਰਹੇ ਆ ਕਿ ਸਾਡੇ ਵੱਲ ਆ ਜਾਓ, ਕੋਈ ਚੱਕਰ ਨਹੀਂ ਹੈਗਾ, ਅਸੀਂ ਦਰਵਾਜ਼ੇ ਖੋਲ ਦੇਵਾਂਗੇ। ਕਾਰਪੋਰੇਟ ਘਰਾਣੇ ਹੁਣ ਕਿਸ ਤਰ੍ਹਾਂ ਦੀ ਜੌਬ ਦੇਣਗੇ ਇਹ ਤੇ ਕੁਛ ਕਿਹਾ ਨਹੀਂ ਜਾ ਸਕਦਾ। ਹਾਂ, ਇਹ ਕੁਛ ਲੋਕ ਸੁਝਾਅ ਦੇ ਰਹੇ ਆ ਕਿ ਬਈ ਫਿਰ ਇਹਦੇ 'ਚ ਘੱਟੋ ਘੱਟ ਕਾਰਪੋਰੇਟ ਅਕਾਊਂਟੇਬਿਲਿਟੀ ਦਿੱਲੀ ਦੇ ਹੋ ਤੇ ਉਹਨਾਂ ਦਾ ਉੱਥੇ ਵੀ ਇੱਕ ਪੈਕੇਜ ਤੈਅ ਕਰ ਲਿਆ ਜਾਵੇ ਤਾਂ ਕਿ ਉਹਨਾਂ ਦਾ ਕੋਈ ਸ਼ੋਸ਼ਣ ਵਗੈਰਾ ਨਾ ਹੋਵੇ। ਸੋ ਇਸ ਕਰਕੇ ਬਹਿਸ ਵਸਈਆ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ, ਪਰ ਮੈਨੂੰ ਨਹੀਂ ਲੱਗਦਾ ਕਿ ਭਾਰਤ ਸਰਕਾਰ ਇਹਦੇ 'ਚ ਕੁਛ ਹੁਣ ਜ਼ਿਆਦਾ ਕਰੇਗੀ। ਭਾਰਤ ਸਰਕਾਰ ਅੱਗੇ ਵੱਧ ਰਹੀ ਹੈ, ਤਾਂ ਇਹਦਾ ਮਤਲਬ ਇਹ ਹੈ ਕਿ ਨੋਟੀਫਿਕੇਸ਼ਨ ਜਾਰੀ ਹੋ ਗਿਆ, ਭਰਤੀਆਂ ਹੁਣ ਹੋਣਗੀਆਂ। ਉਹਦੇ ਵਿੱਚ ਅੱਗੇ ਜਾ ਕੇ ਕੀ ਨਤੀਜੇ ਨਿਕਲਦੇ ਆ ਕੀ ਨਹੀਂ ਨਿਕਲਦੇ ਉਹ ਤਾਂ ਹਾਲ ਦੀ ਜਿਹੜੀ ਆਪਾਂ ਨਹੀਂ ਕਹਿ ਸਕਦੇ, ਪਰ ਕਾਫੀ ਵੱਡੇ ਸਵਾਲ ਨੇ। ਜਿਵੇਂ ਹੁਣ ਇਹ ਸਾਬਕਾ ਹੋ ਜਾਣਗੇ ਤਾਂ ਇਹਨਾਂ ਕੋਲ ਮਤਲਬ ਜਿੱਦਾਂ ਕੰਟੀਨ ਦੀ ਸਹੂਲਤ ਹੁੰਦੀ ਹੈ, ਰਮ ਰੂਮ ਲੈ ਆਉਂਦੇ ਜਾ ਕੇ ਫੌਜੀ, ਸਾਬਕਾ ਫੌਜੀ, ਉਹ ਵੀ ਨਹੀਂ ਸਹੂਲਤ ਹੈਗੀ ਇਹਨਾਂ ਕੋਲ। ਮਤਲਬ ਕਿ ਬਿਲਕੁਲ ਕੱਟ ਆਫ ਹੋ ਜਾਓਗੇ ਤੁਸੀਂ ਜਦੋਂ ਵੀ ਆਪਣਾ ਮਤਲਬ ਕਿ ਸੇਵਾ ਮੁਕਤ ਹੋ ਜਾਓਗੇ। ਸੋ ਇਸ ਕਰਕੇ ਕਾਫੀ ਬਹਿਸ ਮੋਬਾਈਲਾਂ ਤੇ ਚੱਲ ਰਿਹਾ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਹੁਣ ਭਾਰਤ ਸਰਕਾਰ ਇਸ ਤਰ੍ਹਾਂ ਦੇ ਵਿੱਚ ਹੈ ਕਿ ਕੁਛ ਜ਼ਿਆਦਾ ਕਰ ਦਿੱਤਾ ਜਾਵੇ। ਤੇ ਟੋਟਲੀ ਜਦੋਂ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ ਹੈ ਤਾਂ ਫਿਰ ਭਰਤੀ ਦਾ ਪ੍ਰੋਸੈਸ ਜਿਹੜਾ ਸ਼ੁਰੂ ਹੋ ਜਾਏਗਾ। ਪਰ ਇੱਥੇ ਬੇਸਿਕ ਸਵਾਲ ਜਿਹੜਾ ਹੈ ਉਹ ਇਹ ਆ ਕਿ ਚਲੋ ਠੀਕ ਹੈ ਤਾਂ ਯੋਜਨਾ ਤੁਸੀਂ ਇੱਕ ਸਕੀਮ ਤਾਂ ਲੈ ਆਂਦੀ, ਪਰ ਜਿਹੜੇ ਤੁਸੀਂ 1,28,000 ਮੁੰਡੇ ਭਰਤੀ ਕੀਤੇ ਸਨ 2 ਸਾਲ ਪਹਿਲਾਂ, ਜਿਹੜੇ ਕਿ ਫਿਜ਼ੀਕਲੀ ਤੁਹਾਡੇ ਟੈਸਟ ਦੇ ਵਿੱਚੋਂ ਨਿਕਲੇ, ਫਿਰ ਲਿਖਤੀ ਚੋਂ ਨਿਕਲੇ, ਈਵਨ ਦੋ ਕਿ ਉਹਨਾਂ ਦਾ ਮੈਡੀਕਲ ਹੋਇਆ ਗਿਆ, ਉਹਨਾਂ ਨੂੰ ਕਿਸ ਖਾਤੇ 'ਚ ਪਾਓਗੇ? ਉਹਨਾਂ ਨੂੰ ਫਿਰ ਤੁਸੀਂ ਕਹਿ ਰਹੇ ਹੋ ਕਿ ਠੇਕੇ ਵਾਲੀ ਭਰਤੀ 'ਚ ਆ ਜਾਓ। ਮਤਲਬ ਇਹ ਤਾਂ ਬਿਲਕੁਲ ਜਿੱਦਾਂ ਕਹੀਏ ਕਿ ਛਲ ਹੈ, ਬਿਲਕੁਲ ਹੀ ਇੱਕ ਤਰ੍ਹਾਂ ਨਾਲ ਠੱਗੀ ਹੈ ਉਹਨਾਂ ਦੇ ਨਾਲ। ਔਰ ਇਹ ਜਿਹੜਾ ਹਿੰਸਕ ਪ੍ਰਦਰਸ਼ਨ ਹੋਇਆ, ਮੇਰਾ ਮੰਨਣਾ ਜਾਤੀ ਤੌਰ ਤੇ, ਹੋ ਸਕਦਾ ਮੈਂ ਗਲਤ ਹੋਵਾਂ, ਮੇਰਾ ਮੰਨਣਾ ਹੈ ਕਿ ਹਿੰਸਾ ਵਧਣ ਦਾ ਕਾਰਨ ਵੀ ਇਹੀ ਰਿਹਾ ਕਿਉਂਕਿ ਜਿਹੜੇ ਨੌਜਵਾਨ ਆਲਰੇਡੀ ਤਿਆਰੀ ਕਰਕੇ ਭਰਤੀ ਹੋ ਗਏ ਸੀਗੇ, ਜਦੋਂ ਉਹਨਾਂ ਨੂੰ ਲੱਗਿਆ ਕਿ ਸਾਡੇ ਨਾਲ ਤੇ ਇੱਕ ਫਰੇਬ ਹੋ ਗਿਆ, ਫਿਰ ਇਹ ਹਿੰਸਾ ਵਧੀ ਹੈ ਜਿਹੜੀ ਕਿ ਆਪਾਂ ਕਹੀਏ ਕਿਸੇ ਵੀ ਤਰੀਕੇ ਨਾਲ ਜਸਟੀਫਾਈਡ ਨਹੀਂ ਕੀਤੀ ਜਾ ਸਕਦੀ। ਪਰ ਇਹ ਤੇ ਵੇਖੋ ਨਾ ਕਿ ਇਸ ਚੀਜ਼ ਨੂੰ ਕਿਵੇਂ ਜਸਟੀਫਾਈਡ ਕਰੋਗੇ ਤੁਸੀਂ ਕਿ ਰੈਗੂਲਰ ਭਰਤੀ ਦੇ ਨਾਮ ਤੇ 1,28,000 8,000 ਨੋਟੇਬਲ ਚੀਜ਼ 8,000 ਬੱਚਾ ਸਾਡਾ ਸੀਗਾ ਪੰਜਾਬੀਆਂ ਦਾ, 8400 ਯੂਪੀ ਵਾਲਿਆਂ ਦਾ ਸੀਗਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਟੋਟਲ ਤੁਸੀਂ ਇਹ ਭਰਤੀ ਕੀਤੇ ਆ, ਹੁਣ ਜੇ ਤੁਸੀਂ ਰੈਗੂਲਰ ਭਰਤੀ ਦੇ ਨਾਮ ਤੇ ਭਰਤੀ ਕਰਕੇ ਕਹਿੰਦੇ ਹੋ ਕਿ ਤੁਸੀਂ ਹੁਣ ਠੇਕੇ ਵਾਲੀ ਪ੍ਰਣਾਲੀ 'ਚ ਆ ਜਾਓ, ਤਾਂ ਜ਼ਾਰਾ ਜੀ ਗੱਲ ਹੈ
ਤੇ ਇਸ ਚੀਜ਼ ਨੂੰ ਵੀ ਜਸਟੀਫਾਈ ਨਹੀਂ ਕੀਤਾ ਨਹੀਂ ਜਾ ਕੀਤਾ। ਸਕਦਾ। ਇਹ ਵੇਖੋ ਇਹ ਤੇ ਹੈਗਾ ਵੀ ਜੇ ਤੁਸੀਂ ਰੈਗੂਲਰ ਭਰਤੀ ਕੀਤੀ ਆ ਅਗਾਂਹ ਜਿਹੜੇ ਭਰਤੀ ਹੋ ਗਏ ਨੇ ਆਪਣੇ ਬਲਬੂਤੇ ਤੇ ਆਪਣੇ ਦਮ ਤੇ, ਉਹਨਾਂ ਨੂੰ ਹੁਣ ਸਵਾਲ ਤਾਂ ਉੱਠੂਗਾ ਨਾ। ਅਸੀਂ ਚਲੋ ਕੀ ਕਹਿ ਸਕਦੇ ਹਾਂ, ਸਰਕਾਰ ਨੇ ਫੈਸਲਾ ਲੈਣਾ, ਵਿਰੋਧ ਤਾਂ ਉੱਠੇਗਾ, ਦਬਾਇਆ ਜਾਵੇਗਾ, ਕਿਉਂਕਿ ਸਰਕਾਰ ਦੇ ਪੱਖ ਦੇ ਵਿੱਚ ਵੀ ਬਹੁਤ ਸਾਰੇ ਬਿਆਨਬਾਜ਼ੀ ਦੇਣ ਵਾਲੇ ਹੈਗੇ ਨੇ, ਉਹਨਾਂ ਦਾ ਪੱਖ ਦੱਸਣ ਵਾਲੇ ਹੈਗੇ ਨੇ। ਬਿਲਕੁਲ ਉਸੇ ਤਰ੍ਹਾਂ ਮਿੰਟੂ ਜੀ ਅੱਜ ਸਥਿਤੀ ਬਣੀ ਹੋਈ ਹੈ ਜਿਵੇਂ ਕਿਸਾਨੀ ਮੋਰਚਾ ਸੀ। ਕਿਸਾਨੀ ਮੋਰਚੇ ਦੇ ਇਹੋ ਜਿਹੇ ਕਿਸਾਨ ਵੀ ਪੈਦਾ ਹੋ ਗਏ ਸੀ ਜਿਨ੍ਹਾਂ ਨੇ ਵੀ ਨਹੀਂ ਪਤਾ ਕਿ ਕਿਹੜੀ ਰੁੱਤ ਦੇ ਵਿੱਚ ਕਿਹੜੀ ਫਸਲ ਬੀਜੀ ਜਾਣੀ ਹੈ, ਜਦੋਂ ਸਵਾਲ ਪੁੱਛੇ ਜਾਂਦੇ ਸੀਗੇ। ਇਸ ਤਰ੍ਹਾਂ ਹੁਣ ਭਰਤੀ ਵੀ ਹੋਊਗੀ, ਭਰਤੀ ਹੋਣ ਵਾਲੇ ਵੀ ਲਾਈਨਾਂ ਲੱਗ ਜਾਣਗੀਆਂ, ਕਿਉਂਕਿ ਉੱਥੇ ਤੁਹਾਨੂੰ ਪਤਾ ਬੇਰੁਜ਼ਗਾਰੀ ਕਿੰਨੀ ਹੈ। ਕਹਿਣਾ ਵੀ ਚੱਲ ਕੋਈ ਨਹੀਂ ਵਾਪਸ ਆਵਾਂਗੇ ਤੇ ਇੰਨੇ ਪੈਸੇ ਵੀ ਲੈ ਕੇ ਆਵਾਂਗੇ, ਉੱਥੇ ਵੀ ਵੱਖ-ਵੱਖ ਲੈਂਗੁਏਜ ਦੇ ਵਿੱਚ ਬਿਆਨ ਜਿਹੜੀਆਂ ਨੇ ਉਹ ਆਰਟੀਕਲ ਲਿਖੇ ਜਾ ਰਹੇ ਨੇ, ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ। ਬਟ ਆਹ ਜਿਹੜਾ ਤੁਸੀਂ ਪੁਆਇੰਟ ਕਿਹਾ ਕਿ ਜਿਹੜੇ ਪਹਿਲਾਂ ਰੈਗੂਲਰ ਭਰਤੀ ਹੋ ਗਏ ਨੇ ਉਹਨਾਂ ਨੂੰ ਵੀ ਇਸ ਭਰਤੀ ਦੇ ਵਿੱਚ ਲਿਆਂਦਾ ਜਾ ਰਿਹਾ, ਉਹਨਾਂ ਦਾ ਮੇਰੇ ਖਿਆਲ ਦੇ ਵਿੱਚ ਉਹ ਤਾਂ ਚੈਲੰਜ ਨਹੀਂ ਕਰ ਸਕਦੇ ਬਾਇਲਾ। ਇਹ ਚੈਲੰਜ ਹੋਏਗਾ, ਪਰ ਚੈਲੰਜ ਦਾ ਤਾਂ ਦੇਖੋ ਇਹ ਹੈ ਨਾ ਕਿ ਉਹ ਕਿੰਨਾ ਲੰਮਾ ਚੱਲੇਗਾ ਕੇਸ। ਉਦੋਂ ਤੱਕ ਤਾਂ ਹੋ ਸਕਦਾ 30-40 ਸਾਲ ਦੇ ਹੋ ਜਾਣ ਤੇ ਚੈਲੰਜ ਕਰਕੇ ਮੁੜ ਕੇ ਇੱਧਰੋਂ ਵੀ ਜਾਂਦੇ ਰਹਿਣਗੇ। ਇਹ ਵੀ ਇੱਕ ਪੰਗਾ ਹੈ ਨਾ। ਚੈਲੰਜ ਕਰਨ ਵਾਲਿਆਂ ਨੂੰ ਹੋ ਸਕਦਾ ਉਹ ਨਾ ਲੈਣ ਮੁੜ ਕੇ ਜੀ। ਇਹ ਹੈ ਕਿ ਚੈਲੰਜ ਹੋਣਾ ਹੀ ਨਹੀਂ ਚਾਹੀਦਾ। ਘੱਟੋ ਘੱਟ ਜਿਹੜੀ ਤੁਸੀਂ ਰੈਗੂਲਰ ਭਰਤੀ ਦੇ ਨਾਮ ਤੇ ਭਰਤੀ ਕੀਤੀ ਹੈ ਉਹ ਤਾਂ ਉਹਨਾਂ ਨੂੰ ਦਿਓ ਨਾ, ਜੁਆਇਨਿੰਗ ਦਿਓ। ਉਸ ਤੋਂ ਬਾਅਦ ਜਿਹੜੀ ਯੋਜਨਾ ਲਿਆਉਣੀ ਹੈ ਲੈ ਆਓ, ਜੋ ਵੀ ਕੁਝ ਕਰਨਾ ਸੋ ਕਰ ਲਓ ਤੁਸੀਂ। ਪਹਿਲੀ ਗੱਲ ਤੇ ਇਹ ਹੈ ਕਿ ਜੇ ਇਸ ਤਰ੍ਹਾਂ ਕੀਤਾ ਜਾਂਦਾ ਤਾਂ ਸਭ ਤੋਂ ਪਹਿਲਾਂ ਇੱਕ ਰਾਏ ਸ਼ੁਮਾਰੀ ਕੀਤੀ ਜਾਣੀ ਚਾਹੀਦੀ ਆ, ਰਾਏ ਮਸ਼ਵਰਾ ਕੀਤਾ ਜਾਣਾ ਚਾਹੀਦਾ ਕਿ ਕਿਸ ਤਰ੍ਹਾਂ ਹੋ ਸਕਦਾ। ਬਹੁਤ ਤੁਹਾਡੇ ਕੋਲ ਕਾਬਲ ਡਿਫੈਂਸ ਦੇ ਐਕਸਪਰਟ ਬੈਠੇ ਆ। ਚੰਗੀ ਇੱਕ ਪਬਲਿਕ ਡੋਮੇਨ ਦੇ ਵਿੱਚ ਬਹਿਸ ਹੋਣੀ ਚਾਹੀਦੀ ਹੈ ਕਿ ਹਾਂ ਭਾਈ ਕੀ ਕੀਤਾ ਜਾ ਸਕਦਾ, ਕੀ ਨਹੀਂ ਕੀਤਾ ਜਾ ਸਕਦਾ। ਅੱਛਾ, ਇੱਕ ਪੈਨਸ਼ਨ ਵਾਲਾ ਬਿੱਲ ਲਿਆ ਰਹੀ ਹੈ ਸਰਕਾਰ, ਕੀ ਕਹਿਣਾ ਚਾਹੀਦਾ? ਦੇਖੋ ਪੈਨਸ਼ਨ ਵਾਲਾ ਜਿਹੜਾ ਬਿੱਲ ਹੈ ਨਾ, ਜਿੱਥੋਂ ਤੱਕ ਇਹਦਾ ਸਵਾਲ ਆ ਸਾਬਕਾ ਵਿਧਾਇਕਾਂ ਨੂੰ ਜਿਹੜੀ ਪੈਨਸ਼ਨ, ਇਹ ਲਿਆਉਣਾ ਹੀ ਪੈਣਾ ਨਾ ਇਸ ਬਜਟ ਸੈਸ਼ਨ ਦੇ ਵਿੱਚ, ਕਿਉਂਕਿ ਇਹ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਜਦੋਂ ਵੀ ਲਿਆਂਦਾ ਸੀਗਾ ਇਹਨਾਂ ਨੇ ਇੱਕ ਜਿੱਦਾਂ ਕਹ ਲਓ ਕਿ ਚਲਾਵਾ ਜਿਹਾ ਕੰਮ ਕੀਤਾ ਸੀਗਾ। ਉਹ ਕਰ ਦਿੰਦੇ ਆ ਜਦੋਂ ਮਤਲਬ ਕਿ ਸੰਸਦ ਦਾ ਜਾਂ ਵਿਧਾਨ ਸਭਾ ਦਾ ਸੈਸ਼ਨ ਨਹੀਂ ਚੱਲ ਰਿਹਾ ਹੁੰਦਾ ਤੇ ਉਹਨੂੰ ਆਰਡੀਨੈਂਸ ਕਹਿ ਦਿੰਦੇ ਨੇ। ਆਰਡੀਨੈਂਸ ਦਾ ਮਤਲਬ ਇਹ ਹੈ ਕਿ ਤੁਸੀਂ 6 ਮਹੀਨਿਆਂ ਦੇ ਅੰਦਰ ਅੰਦਰ ਬਿੱਲ ਲਿਆ ਕੇ ਤੇ ਪਾਸ ਕਰਵਾ ਲਓਗੇ, ਅਦਰਵਾਈਜ਼ ਉਹ ਆਰਡੀਨੈਂਸ ਆਪਣੇ ਆਪ ਹੀ ਖਤਮ ਹੋ ਜਾਂਦਾ ਹੈ। ਇਹ ਆਰਡੀਨੈਂਸ ਲੈ ਕੇ ਆਏ ਸੀ, ਦੇਰ ਨਾਲ ਇਹਨਾਂ ਨੇ ਰਾਜਪਾਲ ਤੱਕ ਪਹੁੰਚ ਕੀਤੀ। ਰਾਜਪਾਲ ਨੇ ਕਹਿ ਦਿੱਤਾ ਕਿ ਦੇਖੋ ਹੁਣ ਤੇ ਬਜਟ ਸੈਸ਼ਨ ਆ ਗਿਆ ਵਾ ਤੇ ਤੁਸੀਂ ਬਜਟ ਸੈਸ਼ਨ ਦੇ ਵਿੱਚ ਜਾਓ ਤੇ ਇਹਨੂੰ ਕਲੀਅਰ ਕਰ ਲਓ। ਹੁਣ ਇਹਦੀ ਤਾਂ ਫਾਰਮੈਲਿਟੀ ਦੀ ਜ਼ਰੂਰਤ ਹੀ ਨਹੀਂ ਹੈ। ਸੋ ਉਹ ਵਾਪਸ ਆ ਗਿਆ ਆਰਡੀਨੈਂਸ, ਉਹਦੇ ਤੇ ਮੋਹਰ ਨਹੀਂ ਲੱਗੀ। ਹੁਣ ਇਹਨਾਂ ਨੂੰ ਫਿਰ ਉਹ ਬਿੱਲ ਲਿਆਉਣਾ ਪਏਗਾ, ਅਦਰਵਾਈਜ਼ ਉਹ ਸਾਰਾ ਕੰਮ ਖਰਾਬ ਹੋ ਜਾਏਗਾ। ਇਹ ਤੈਅ ਹੈ ਕਿ ਇੱਥੇ ਆ ਜਾਏਗਾ। ਵੈਸੇ ਬਿਜ਼ਨਸ ਜਿਹੜਾ ਉਹ ਹਾਲੇ ਕਹਿ ਲਓ ਕਿ ਖੁੱਲ੍ਹ ਕੇ ਨਹੀਂ ਆਇਆ ਆਫੀਸ਼ੀਅਲੀ, ਪਰ ਦੱਸ ਰਹੇ ਨੇ ਕਿ ਇਹ ਇੱਕ ਤਰ੍ਹਾਂ ਨਾਲ ਪ੍ਰਾਇਓਰਟੀ ਰਹੇਗੀ ਇਹਨਾਂ ਦੀ। ਫਿਰ ਇਸ ਤੋਂ ਇਲਾਵਾ ਐਤਕੀ ਜੇ ਬਜਟ ਸੈਸ਼ਨ ਦੀ ਗੱਲ ਕਰੀਏ ਉਹਦੇ ਵਿੱਚ ਐਜੂਕੇਸ਼ਨ, ਹੈਲਥ, ਐਗਰੀਕਲਚਰ, ਇਹਨਾਂ 3 ਸੈਕਟਰਾਂ 'ਚ ਇੱਕ ਅੱਛਾ ਚੱਲੀਏ ਕਿ ਉਹਦੇ 'ਚ ਇੰਕਰੀਜ਼ਮੈਂਟ ਸਾਨੂੰ ਵੇਖਣ ਨੂੰ ਮਿਲ ਸਕਦਾ ਬਜਟ ਦੇ ਵਿੱਚ। ਕੁਛ ਇਸ ਤਰ੍ਹਾਂ ਦੀਆਂ ਮਤਲਬ ਕਿ ਗੱਲਾਂ ਬਾਤਾਂ ਹੈਗੀਆਂ ਨੇ, ਸੰਭਾਵਨਾਵਾਂ ਹੈਗੀਆਂ ਨੇ। ਕੁਛ ਇਹ ਵੀ ਕਹਿ ਰਹੇ ਨੇ ਕਿ ਜੋ ਟੈਕਸ ਪੇਅਰਸ ਦੇ ਪੈਸੇ 'ਚੋਂ ਇਨਕਮ ਟੈਕਸ ਜਾਂਦਾ ਹੈ, ਜਿਹੜਾ ਵਿਧਾਨਕਾਰਾਂ ਦਾ ਇਨਕਮ ਟੈਕਸ ਜਾਂਦਾ, MLS ਦਾ ਟੈਕਸ ਜਾਂਦਾ ਹੈ, ਕਿ ਉਹ ਵੀ ਸ਼ਾਇਦ ਲਿਆ ਕੇ ਤੇ ਨਿਬੇੜ ਦੇਣਗੇ। तो इस तरह की भी एक चर्चा है, पर मोस्ट प्रॉब्लली ये तो होना ही होना है क्योंकि फिर तो ऑर्डिनेंस खत्म हो जाएगा, नवे सिरे तो फिर कार्रवाई शुरू करोगे तुसी। तो इस करके ये जरूर आएगा और ये नाल की होएगा कि फिर जिहड़े दूसरे साबका पेंशन धारक है जिवें बीबी पट्ठा लोए या होर जिहड़े काफी ज्यादा पेंशन लै रहे, एक तो मल्टीपल पेंशन जिन्होंने आप कह सकते हैं, तो वह पेंशन जिहड़ियां वो बदल जाएंगे एक पेंशन के रूप च। मसलन ला लो कि 75,000 रुपया जाएगा महीने का, बाकी कोई 5 वारियां कोई 7 वारियां उसका कोई फर्क नहीं पएगा। तो सारे पत्ते वगैरह पा के महंगाई पत्ता जिदा पाउंदे हुंदे कर्मचारियों का, तो ਉਹਦੇ ਨਾਲ ਇਹ 75,000 ਬਣੇਗਾ। ਬਾਕੀ ਜਦੋਂ ਆ ਜਾਏਗਾ ਸਾਰਾ ਕੁਝ ਪਾਸ ਹੋ ਜਾਏਗਾ, ਫਿਰ ਆਪਾਂ ਨੂੰ ਪਤਾ ਲੱਗੇਗਾ ਕਿ ਐਗਜ਼ੈਕਟ ਕੀ ਮਾਮਲਾ ਹੈ, ਕੀ ਮਸਲਾ ਹੈ। ਪਰ ਇੰਨੀ ਕੁ ਸੰਭਾਵਨਾ ਜ਼ਰੂਰ ਹੈ ਕਿ ਇੱਕ ਵਿਧਾਇਕ ਇੱਕ ਪੈਨਸ਼ਨ ਬਿੱਲ ਆਏਗਾ ਹੀ ਆਏਗਾ। ਕੱਲ ਇਹਨਾਂ ਨੇ ਵੈਸੇ ਕਹਿ ਵੀ ਦਿੱਤਾ ਸੀਗਾ ਕਿ ਜਿਹੜੀ ਅਗਨੀਪਥ ਸਕੀਮ ਆ ਇਹਦੇ ਖਿਲਾਫ ਵੀ ਮਤਾ ਲਿਆਵਾਂਗੇ। तो बस ला लो कि कदा दिन रह गया, हूँ फिर तस्वीर जी पूरी क्लीयर हो जाएगी। चलो अगली कॉल ते चलते हैं जी। वेलकम जी। हेलो, सत श्री अकाल जी। मैं भगवंत बोलदा जी। बोले सत श्री अकाल जी।
ਸਤਿ ਸ੍ਰੀ ਅਕਾਲ। ਹਾਂਜੀ ਉਹ ਜਿਹੜੀ ਤੁਸੀਂ ਉਹ ਮੈਡਮ ਦੀ ਫੋਨ ਦਾ ਤੇ ਐਡ ਦਿੰਦੇ ਹੁੰਦੇ ਹੋ ਆਪਣੀ ਚੰਨੀ ਦੀ, ਹਾਂਜੀ ਹਾਂਜੀ ਹੋਲਡ ਰੱਖੋ ਜੀ, ਆਫ ਦੀ ਲੈ ਲਓ ਜੀ ਚੰਨੀ ਦੀ ਐਡਵਰਟਾਈਜ਼ਮੈਂਟ ਬਾਰੇ ਬਾਅਦ ਚ ਕਾਲ ਕਰ ਲਿਆ ਕਰੋ ਜੀ, ਇਹ ਸ਼ੋਅ ਚੱਲਦਾ ਪਿਆ ਵਾ। ਹੋਲਡ ਰੱਖੋ ਜੀ, ਤੁਹਾਨੂੰ ਦਿੰਦੇ ਆ ਉਹਨਾਂ ਦਾ ਨੰਬਰ। ਮੈਂ ਟੈਕਨੀਸ਼ੀਅਨ ਨੂੰ ਕਹਾਂਗਾ ਜੀ ਇਹਨਾਂ ਦੀ ਗੱਲ ਸੁਣ ਲਈ ਜਾਵੇ। ਥੈਂਕ ਯੂ ਜੀ, ਅਗਲੀ ਕਾਲ ਤੇ ਚੱਲਦੇ ਹਾਂ। ਹੈਲੋ, ਇਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਮਿੰਟੂ ਅਕਾਲ। ਗੁਰਸਰੀਆ ਜੀ, ਤੁਸੀਂ ਕੀ ਸਮਝਦੇ ਹੈ ਕਿ ਇਹ ਜੋ ਤਰੀਕਾ ਭਾਰਤੀ ਫੌਜ ਦੇ ਸੀਨੀਅਰ ਅਫਸਰਾਂ ਦਾ ਉਲੀਕਿਆ ਹੋਇਆ? ਨੰਬਰ 2, ਕਿ ਤੁਹਾਨੂੰ ਪਤਾ ਵੀ ਬ੍ਰਿਗੇਡੀਅਰ ਤੱਕ ਤਾਂ ਇਹਨਾਂ ਦਾ ਰੈਂਕ ਲਗਾਤਾਰ ਚੱਲਦਾ ਰਹਿੰਦਾ, ਕੁਆਲੀਫਿਕੇਸ਼ਨ ਪੂਰੀ, ਉਸ ਤੋਂ ਬਾਅਦ ਇਹਨਾਂ ਦਾ ਰੈਂਕ ਜੋ 86 ਲੋਕਾਂ ਦੇ ਹੱਥ ਵਿੱਚ ਚਲਾ ਜਾਂਦਾ। ਨੰਬਰ 3, ਜਿਹੜੇ ਆਰਮਡ ਫੋਰਸਸ ਹੈ ਇੱਕ ਇੱਕ ਕਰਕੇ ਜੇ ਆਪਾਂ ਸਵਾਲ ਕਰ ਲਈਏ ਤਾਂ ਠੀਕ ਰਹੂਗਾ। ਹਾਂ ਦਿਓ, ਚਲੋ ਇਹਦਾ ਜਵਾਬ ਦਿਓ। ਨਹੀਂ ਦੇਖੋ, ਮੈਂ ਤਾਂ ਗੱਲ ਕਹੀ ਹੈ ਕਿ ਮੈਨੂੰ ਤਾਂ ਜੋ ਲੱਗਦਾ ਕਿ ਵੈਸੇ ਵੀ ਅਸੀਂ ਦੇਖਿਆ ਬਿਪਨ ਰਾਵਤ ਜੀ ਦੇ ਬਿਆਨ, ਉਹ ਤਾਂ ਹੁਣ ਸੰਸਾਰ 'ਚ ਨਹੀਂ ਆ ਗਏ। ਫਿਰ ਇਸ ਤੋਂ ਇਲਾਵਾ ਵੀਕੇ ਸਿੰਘ, ਸਾਡੇ ਕੋਲ ਤੇ ਐਗਜ਼ਾਮਪਲਾਂ ਨੇ। ਮੈਂ ਤਾਂ ਕਹਿ ਕੇ ਆਇਆ ਕੈਪਟਨ ਸਾਹਿਬ, ਸ਼ਾਇਦ ਤੁਸੀਂ ਸੁਣਿਆ ਨਹੀਂ ਹੋਏਗਾ, ਕਿ ਮੈਨੂੰ ਤਾਂ ਇੱਕ ਟੈਕਟਿਕ ਲੱਗਦੀ ਹੈ ਸਿਆਸਤਦਾਨਾਂ ਦੀ, ਕਿ ਜਰਨੈਲ ਅੱਗੇ ਕਰਦੇ, ਕਿਉਂਕਿ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਕਹਿ ਲਓ ਕਿ ਕਾਊਂਟਰ ਕਰਨਾ ਜਾਂ ਕ੍ਰਿਟੀਸਾਈਜ਼ ਕਰਨਾ ਮੁਸ਼ਕਿਲ ਹੋ ਜਾਂਦਾ, ਖਾਸ ਤੌਰ ਤੇ ਸਿਆਸੀ ਧਿਰਾਂ ਵਾਸਤੇ। ਜੀ ਹਾਂਜੀ ਕੈਪਟਨ ਸਾਹਿਬ, ਦੂਜੀ ਗੱਲ ਇਹ ਦੇਖੋ ਜੀ, ਇਹ ਜਿਹੜਾ ਨਾ ਇਹ ਜਿਹੜਾ ਪ੍ਰੋਗਰਾਮ ਹੈ ਨਾ, ਇਹ ਗਵਰਨਮੈਂਟ ਦਾ ਪ੍ਰੋਗਰਾਮ, ਇਹ ਜਿਹੜੇ ਫੌਜ ਦੇ ਜਨਰਲ ਹੈ ਨਾ, ਉਹਨਾਂ ਦਾ ਨਹੀਂ ਹੋ ਸਕਦਾ, ਨਾ ਉਹ ਕ੍ਰਿਟੀਸਾਈਜ਼ ਕਰ ਸਕਦੇ, ਕਿ ਉਹਨਾਂ ਨੇ ਗਾਂ ਜਾ ਕੇ ਉਹਨਾਂ ਨੇ ਜਿਸ ਤਰੀਕੇ ਨਾਲ ਮਿੰਟੂ ਜੀ ਨੇ ਬੜੀ ਡਿਟੇਲ 'ਚ ਦੱਸਿਆ ਕਿ ਹੁਣ ਸਰਕਾਰ ਦੇ ਬਚਾਅ ਪੱਖ ਦੇ ਵਿੱਚ ਉਹਨਾਂ ਨੇ ਲੈ ਆਂਦਾ ਉਹਨਾਂ ਨੂੰ, ਤੇ ਤੁਸੀਂ ਫੌਜ ਨੂੰ ਕ੍ਰਿਟੀਸਾਈਜ਼ ਕਰ ਨਹੀਂ ਸਕਦੇ, ਕਿਉਂਕਿ ਪਹਿਲਾਂ ਕ੍ਰਿਟੀਸਾਈਜ਼ ਕਰਕੇ ਵਿਰੋਧੀ ਧਿਰ ਜਿਹੜੀ ਉਹ ਕਿਵੇਂ ਰਗੜੀ ਕੀ ਫਸਦੀ ਆ, ਕਿਉਂਕਿ ਸਰਕਾਰ ਦੇ ਫਸਲੇ ਨੂੰ ਤਾਂ ਸਰਕਾਰ ਦੇ ਫੈਸਲੇ ਨੂੰ ਤਾਂ ਕ੍ਰਿਟੀਸਾਈਜ਼ ਕਰ ਸਕਦੇ ਆ, ਚੈਲੰਜ ਵੀ ਕਰ ਸਕਦੇ ਆ, ਆਪੋਜੀਸ਼ਨ ਵਾਲੇ ਸਵਾਲ ਵੀ ਪੁੱਛ ਸਕਦੇ ਆ, ਪਰ ਫੌਜ ਨਾਲ ਮੱਥਾ ਨਹੀਂ ਨਾ ਲਾ ਸਕਦੇ। ਵੀ ਠੀਕ ਹੈ, ਇਹ ਤਾਂ ਮੈਨੂੰ ਗੁਰਸੀਆ ਤੁਹਾਨੂੰ ਸ਼ਾਇਦ ਪਤਾ ਹੋਊਗਾ, ਬ੍ਰਿਗੇਡੀਅਰ ਤੱਕ ਤਾਂ ਰੈਂਕ ਇਹਨਾਂ ਦਾ ਚੱਲਦਾ ਰਹਿੰਦਾ, ਉਸ ਤੋਂ ਬਾਅਦ ਸਿਆਸੀ ਲੋਕਾਂ ਨੇ। ਚਲੋ ਤੁਸੀਂ ਸਾਬਕਾ ਆਫੀਸਰ ਰਹਿ ਚੁੱਕੇ ਹੋ। ਕੈਪਟਨ ਸਾਹਿਬ ਔਨ ਰਿਕਾਰਡ ਰੌਲੇ ਪੈ ਸੁਹਾਗ ਵਾਲਾ ਮਸਲਾ ਮੈਨੂੰ ਯਾਦ ਹੈ ਸਾਰਾ, ਉਹ ਤਾਂ ਔਨ ਰਿਕਾਰਡ ਇੰਡੀਆ 'ਚ ਮਤਲਬ ਕਿ ਸੀਨੀਅਰਟੀ ਨੂੰ ਨਜ਼ਰ ਅੰਦਾਜ਼ ਕਰਨ ਵਾਲਾ ਵੀਕੇ ਸਿੰਘ ਦਾ ਮੇਰੇ ਖਿਆਲ ਦੇ ਨਾਲ ਸਰਟੀਫਿਕੇਟ ਦਾ ਰੌਲਾ ਪੈ ਗਿਆ ਸੀ। ਸੋ ਤੁਸੀਂ ਜਿਸ ਦਿਸ਼ਾ ਵੱਲ ਇਸ਼ਾਰਾ ਕਰ ਰਹੇ ਹੋ, ਮੈਂ ਸਹਿਮਤ ਹਾਂ। ਇੱਕ ਰੈਂਕ ਤੋਂ ਬਾਅਦ, ਕਿਉਂਕਿ ਫਿਰ ਉੱਥੇ ਸਿਆਸਤ ਇਨਵੋਲਵ ਹੋ ਕੇ ਰੈਂਕ ਦਿੰਦੀ ਹੈ, ਤਾਂ ਉਹ ਚੀਜ਼ ਜਿਹੜੀ ਹੈ ਤੁਸੀਂ ਸਪਸ਼ਟ ਕਹਿਣ ਤੋਂ ਸ਼ਾਇਦ ਗੁਰੇਜ਼ ਕਰ ਰਹੇ ਹੋ। ਮੈਂ ਕਹਿ ਦਿੰਦਾ ਕਿ ਤੁਸੀਂ ਕਹਿ ਰਹੇ ਹੋ ਕਿ ਕੁਝ ਖਾਸ ਰੈਂਕਾਂ ਦਾ ਸਿਆਸੀ ਕਰਨਾ, ਆਹੀ ਚੀਜ਼ ਤੁਸੀਂ ਕਹਿ ਰਹੇ ਹੋ। ਪਰ ਇਹ ਚੀਜ਼ ਮੈਂ ਕਹਿ ਚੁੱਕਾ ਹਾਂ ਕਿ ਸਰਕਾਰ ਨੂੰ ਕਿਤੇ ਨਾ ਕਿਤੇ ਆਪ ਚਾਹੀਦਾ ਲੋਕਾਂ ਨੂੰ ਸਮਝਾਉਣਾ, ਫੌਜ ਨੂੰ ਅੱਗੇ ਨਹੀਂ ਕਰਨਾ ਚਾਹੀਦਾ, ਕਿਉਂਕਿ ਪਾਲਿਸੀ ਮੇਕਰ, ਇਹ ਤਾਂ ਸਭ ਨੂੰ ਪਤਾ ਹੈ ਨਾ ਕਿ ਪਾਲਿਸੀ ਮੇਕਰ ਇਹੋ ਹੀ ਨੇ। ਜੀ ਮਿਹਰਬਾਨੀ। ਪਾਲਿਸੀ ਮੇਕਰਸ ਨੂੰ ਅੱਗੇ ਆਉਣਾ ਚਾਹੀਦਾ, ਉਹ ਆਪਣੇ ਨੌਜਵਾਨਾਂ ਨੂੰ ਸਮਝਾਉਣ। ਜੀ ਫੌਜ ਨੇ ਤਾਂ ਜੋ ਤੁਸੀਂ ਉਹਨਾਂ ਨੂੰ ਦਿਓਗੇ, ਜਿਸ ਤਰ੍ਹਾਂ ਦੀ ਪ੍ਰਣਾਲੀ ਦਿਓਗੇ, ਜੋ ਫੈਸਲਾ ਕਰ ਲਓਗੇ। ਪਰ ਵੈਸੇ ਮੇਰਾ ਮੰਨਣਾ ਇਹ ਹੈ ਕਿ ਜਿਹੜੇ ਜਰਨੈਲ ਨੇ ਸਤਿਕਾਰਯੋਗ ਨੇ, ਪਰ ਉਹਨਾਂ ਨੂੰ ਕਿਸੇ ਸਿਆਸੀ, ਮੈਨੂੰ ਨਹੀਂ ਪਤਾ ਕਿੰਨਾ ਕੁ ਹੋਇਆ ਕਿੰਨਾ ਕੁ ਨਹੀਂ, ਪਰ ਕਿਸੇ ਵੀ ਸਿਆਸੀ ਇਸ ਤਰ੍ਹਾਂ ਦੀ ਪੈਂਤਲੇਬਾਜ਼ੀ ਦਾ ਹਿੱਸਾ ਨਹੀਂ ਬਣਨਾ ਚਾਹੀਦਾ। ਬਿਲਕੁਲ ਸਹੀ ਜੀ। ਖਾਸ ਤੌਰ ਲਓ ਜੀ, ਆਪਾਂ ਅਗਲੀ ਕਾਲ ਤੇ ਚੱਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਦੋਹਾਂ ਬਾਈਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਸਵਾਲ ਆ ਬਾਈ, ਜਿਵੇਂ ਹੁਣ ਆਪਣੇ ਦੇਖਿਆ ਅਗਨੀ ਵੀਰਾਂ ਨੇ ਬਿਨਾਂ ਟ੍ਰੇਨਿੰਗ ਤੇ ਦੇਸ਼ ਦੀ ਵਾਹੀ ਤਬਾਹੀ ਕਰਤੀ 4 ਦਿਨਾਂ 'ਚ, ਤੇ ਉਹ ਟ੍ਰੇਨਿੰਗ ਲੈ ਕੇ ਰਿਟਾਇਰ ਹੋ ਕੇ ਆਉਣਗੇ, ਫੇਰ ਕਿਹੜਾ ਰੋਕੂ ਇਹਨਾਂ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਹੀਂ, ਉਹ ਤਾਂ ਜਿਹਨੇ ਦੇਖੋ ਤਬਾਹੀ ਕਰਨੀ ਹੈ ਉਹ ਉਦਾਂ ਹੀ ਕਰ ਦਿੰਦੇ ਆ, ਉਹ ਤਾਂ ਆਪਦੇ ਫੈਸਲਿਆਂ ਨਾਲ ਵੀ ਕਰ ਦਿੰਦੇ ਨੇ, ਲੋੜ ਹੀ ਨਹੀਂ ਉਹਨਾਂ ਨੂੰ ਹਥਿਆਰ ਫੜਨ ਦੀ। ਉਹ ਤਾਂ ਆਪਣੇ ਫੈਸਲਿਆਂ ਨਾਲ ਹੀ ਦੇਸ਼ ਨੂੰ ਤਬਾਹੀ ਵੱਲ ਲੈ ਜਾਂਦੇ ਨੇ। ਉਹਨਾਂ ਨੂੰ ਤਾਂ ਹਥਿਆਰ ਚੱਕਣ ਦੀ ਵੀ ਜ਼ਰੂਰਤ ਨਹੀਂ ਹੈ ਜਿਹਨੇ ਤਬਾਹੀ ਕਰਨੀ ਹੈ। ਦੂਸਰੀ ਗੱਲ ਇਹ ਹੈ ਕਿ ਇਹਨਾਂ ਨੂੰ ਸ਼ਪਥ ਤੇ ਉਸੇ ਤਰ੍ਹਾਂ ਹੀ ਜਿਹੜੀ ਆ ਚੁਕਾਈ ਜਾਣੀ ਹੈ ਜੀ, ਦੇਸ਼ ਦੀ ਰੱਖਿਆ ਵਾਸਤੇ, ਦੇਸ਼ ਦੀ ਆਨ ਸ਼ਾਨ ਮਾਣ ਵਾਸਤੇ, ਦੇਸ਼ ਵਾਸਤੇ ਹੀ ਉਹਨਾਂ ਨੂੰ ਭਰਤੀ ਕੀਤਾ ਜਾਣਾ। ਪਰ ਜਿਹੜਾ ਪੀਰੀਅਡ ਆ, ਹਾਂਜੀ 4 ਸਾਲ ਦਾ ਪੀਰੀਅਡ, ਗੱਲ ਤੇ ਉਹਦੀ ਹੋ ਰਹੀ ਆ। ਜਦੋਂ 4 ਸਾਲ ਉਹਨਾਂ ਨੂੰ ਉੱਥੇ ਰੱਖਿਆ ਜਾਣਾ ਤੇ ਉਹਨਾਂ ਨੂੰ ਉਹਦੇ ਵਿੱਚ ਉਹਨਾਂ 'ਚ ਦੇਸ਼ ਭਗਤੀ ਵੀ ਹੋਣੀ ਆ, ਉਹਨਾਂ 'ਚ ਕੌਮੀ ਜਜ਼ਬਾ ਵੀ ਹੋਣਾ ਵਾ, ਉਹਨਾਂ ਦੇਸ਼ ਪ੍ਰਤੀ ਉਹਨਾਂ ਨੂੰ ਜਿਹੜੀ ਹੈ ਟ੍ਰੇਨਿੰਗ ਵੀ ਦਿੱਤੀ ਜਾਣੀ ਹੈ। ਉਹ ਨਹੀਂ ਹੈਗਾ ਕਿ ਅਸੀਂ ਉਹ ਚੀਜ਼ ਨੂੰ ਲਈਏ ਕਿ ਉਹ ਆ ਕੇ ਕੋਈ ਇਹੋ ਜਿਹੀ ਗਲਤ ਹਰਕਤ ਕਰਨਗੇ। ਗਲਤ ਹਰਕਤ ਜਿਹਨੇ ਕਰਨੀ ਹੈ ਨਾ, ਉਹ ਮਤਲਬ ਹੁਣ ਤੁਸੀਂ ਵੇਖੋ, ਗਲਤ ਹਰਕਤ ਇਹੋ ਜਿਹੀ ਵੀ ਨਹੀਂ ਹੁੰਦੀ। ਮਾਫ ਕਰਨਾ ਖਾਲਸਾ ਜੀ, ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਗਏ ਹੋ। ਗੱਲ ਨੂੰ ਮੈਂ ਟਵਿਸਟ ਨਹੀਂ ਕਰਨਾ ਚਾਹੁੰਦਾ,
ਆ ਸਿੱਧੂ ਮੂਸੇਵਾਲੇ ਦਾ ਮੇਖਾ ਗੀਤ ਆ ਕਿ ਦਸਤਾਰਾਂ ਸੋਹਣੀਆਂ ਸਜਾ ਕੇ ਤੇ ਪੁੱਠੀਆਂ ਸਿੱਧੀਆਂ ਹਰਕਤਾਂ ਕਰਨੀਆਂ, ਗਾਲਾਂ ਕੱਢਣੀਆਂ, ਉਹਨਾਂ ਨੂੰ ਅਕਲ ਲੇਟ ਆਊਗੀ। ਇੱਥੇ ਆਏ ਨੇ ਭਾਈ ਸਾਹਿਬ, ਉਹਨਾਂ ਦੇ ਵਿਚਾਰਾਂ ਦੇ ਨਾਲ ਸਹਿਮਤ ਹੋਣਾ ਨਾ ਹੋਣਾ ਜ਼ਰੂਰੀ ਨਹੀਂ, ਪਰ ਸੰਗਤੀ ਰੂਪ ਦੇ ਵਿੱਚ ਧੀਆਂ ਵੀ ਗਈਆਂ, ਮਾਵਾਂ ਵੀ ਗਈਆਂ, ਭੈਣਾਂ ਵੀ ਗਈਆਂ, ਤੇ ਖਲੋ ਕੇ ਪਹਿਰਾਵਾ ਪਾ ਕੇ ਕਲਗੀਆਂ ਵਾਲੇ ਪ੍ਰੀਤਮ ਦੇ ਵੱਲੋਂ ਬਖਸ਼ਿਆ ਹੋਇਆ 5 ਕਕਾਰੀ ਮੂੰਹ ਢੱਕ ਕੇ ਤੇ ਵਿਚਕਾਰਲੀ ਉਂਗਲ ਦਿਖਾਉਣੀ, ਮੈਂ ਸਮਝਦਾ ਇਹ ਬੰਦੂਕ ਚਲਾਉਣ ਨਾਲੋਂ ਵੀ ਭੈੜਾ। ਪਹਿਰਾਵਾ ਵੇਖੋ ਤੁਸੀਂ ਸਾਡਾ ਕਿਹੜਾ, ਤੇ ਇਹ ਕੀ ਆ? ਜਿਹੜੀਆਂ ਮਾਵਾਂ ਭੈਣਾਂ ਧੀਆਂ ਜਿਨ੍ਹਾਂ ਨੂੰ ਸਾਡਾ ਬਾਪੂ ਕਹਿੰਦਾ ਗੁਰੂ ਨਾਨਕ ਮਹਾਰਾਜ ਕਿ ਆਪਣੀਆਂ ਸਮਝਣਾ, ਅਸੀਂ ਇੱਕ ਪਾਸੇ ਕਿ ਨਹੀਂ ਰੱਖਿਆ ਕਰਦੇ ਹਾਂ, ਛੜਾ ਕੇ ਲੈ ਕੇ ਆਉਂਦੇ ਹਾਂ, ਘਰੋਂ ਘਰੀ ਪਹੁੰਚਾਉਂਦੇ ਹਾਂ ਸਾਡੇ ਬਹਾਦਰ ਯੋਧੇ, ਤੇ ਉਹਨਾਂ ਯੋਧਿਆਂ ਦੇ ਅਸੀਂ ਵਾਰਸ ਜਿਹੜੀਆਂ ਸਾਡੇ ਉਹਦੇ ਨਾਲ ਪਾਠੀ ਨਾਲ ਵਿਚਾਰ ਹੋ ਸਕਦੇ ਆ ਡਿਫਰੈਂਟ ਹੋਣ, ਪਰ ਸੰਗਤੀ ਰੂਪ ਦੇ ਵਿੱਚ ਅਸੀਂ ਇੱਦਾਂ ਕਰਕੇ ਦਿਖਾਵਾਂਗੇ ਜਿਹੜੀਆਂ ਸੰਗਤਾਂ ਬੈਠੀਆਂ ਨੇ, ਤਾਂ ਉਹ ਕੀ ਆ? ਸਵਾਲ ਬੜੇ ਨੇ, ਬਹੁਤ ਜ਼ਿਆਦਾ ਸਵਾਲ ਨੇ ਇਹਦੇ ਉੱਤੇ। ਟੋਟਲੀ ਕੰਡੈਮ ਕਰਦੇ ਹਾਂ ਆਪਾਂ ਇਸ ਚੀਜ਼ ਨੂੰ। ਅਗਲੀ ਕਾਲ ਲੈ ਲੈਣੇ ਜੀ। ਹੈਲੋ ਚਾਵਲਾ ਜੀ, ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ। ਵੀਰ ਜੀ, ਮੇਰਾ ਇਹ ਸਵਾਲ ਜੀ, ਜਿਸ ਤਰ੍ਹਾਂ ਨਾਲ ਭਾਰਤੀ ਫੌਜਾਂ ਦੇ ਜਰਨੈਲ ਭਾਜਪਾ ਦੇ ਬਚਾਅ ਪੱਖ ਦੇ ਵਿੱਚ ਆਏ, ਪ੍ਰੈਸ ਕਾਨਫਰੰਸਾਂ ਵੀ ਕੀਤੀਆਂ, ਆਪਣੇ ਪੱਧਰ ਤੇ ਬਿਆਨ ਵੀ ਦਿੱਤੇ, ਇਹ ਤੁਹਾਨੂੰ ਨਹੀਂ ਲੱਗਦਾ ਕਿ ਵੀ ਇਸ ਚੀਜ਼ ਨਾਲ ਵੀ ਫੌਜ ਦੇ ਮਾਨ ਜਾਂ ਸਨਮਾਨ ਨੂੰ ਦੇ ਵਿੱਚ ਹੋ ਸਕਦਾ ਲੋਕਾਂ ਦੇ ਵਿੱਚ ਕਮੀ ਆਵੇ? ਹਾਂਜੀ ਮਿੰਟੂ ਜੀ। ਮੈਂ ਦੇਖੋ, ਮੈਂ ਤਾਂ ਕਹਿ ਕੇ ਹਟਿਆ ਜੀ, ਮੈਂ ਤਾਂ ਤੁਹਾਨੂੰ ਨਾਮ ਵੀ ਦੱਸ ਦਿੱਤੇ ਆ ਕਿ ਜਿਨ੍ਹਾਂ ਦੇ ਬਿਆਨ ਜਿਹੜੇ ਆ ਉਹ ਕੁਝ ਮਤਲਬ ਕਿਸ ਤਰ੍ਹਾਂ ਦੇ ਸੀ ਨਾ, ਤੇ ਡਿਫੈਂਸ ਦੇ ਐਕਸਪਰਟ ਨੇ ਵੀ ਇਤਰਾਜ਼ ਕੀਤਾ ਹੈ ਕਿ ਫੌਜ ਦੇ ਐਡੇ ਵੱਡੇ ਰੈਂਕ ਦੇ ਜਿਹੜੇ ਅਧਿਕਾਰੀ ਉਹ ਸਤਿਕਾਰਯੋਗ ਨੇ, ਉਹਨਾਂ ਨੂੰ ਕਿਸੇ ਵੀ ਕਿਸਮ ਦੀ ਸਿਆਸਤ ਤੋਂ ਗੁਰੇਜ਼ ਕਰਨਾ ਚਾਹੀਦਾ। ਮੈਂ ਤਾਂ ਕਹਿ ਰਿਹਾ ਜੀ ਕਿ ਦੇਖੋ, ਕਿਸੇ ਚਾਹੇ ਉਹ ਕੋਈ ਵੀ ਰੈਂਕ ਦਾ ਬੰਦਾ ਹੈ, ਇੰਡੀਆ ਵਰਗੇ ਮੁਲਕ ਦੇ ਵਿੱਚ ਜੇ ਸਿਆਸੀਕਰਨ ਹੁੰਦਾ ਫੌਜ ਦਾ, ਵੈਸੇ ਤਾਂ ਇੰਡੀਆ ਦੀ ਫੌਜ ਨੂੰ ਬੜਾ ਤੁਹਾਨੂੰ ਪਤਾ ਹੀ ਹੈ ਇੱਕ ਮਾਣ ਜਾਂਦਾ ਇਸ ਗੱਲ ਦਾ, ਜਿਵੇਂ ਗੁਆਂਢੀ ਦੇਸ਼ ਦੇ ਵਿੱਚ ਪਾਕਿਸਤਾਨ 'ਚ ਜਿਹੜੀ ਫੌਜ ਦੀ ਹਾਲਤ ਹੈ ਜਾਂ ਫੌਜ ਦੇ ਹੱਥੋਂ ਹਾਲਤ ਹੈ, ਉਹ ਇੱਥੇ ਹੈ ਨਹੀਂ। ਕੋਈ ਕਦੋਂ ਘਟਨਾਵਾਂ ਨੂੰ ਛੱਡ ਕੇ ਹੁੰਦੀਆਂ ਵੀ ਨੇ ਸ਼ਿਕਾਇਤਾਂ ਜਾਂ ਕਹਿ ਲਓ ਕਿ ਬਥੇਰਾ ਕੁਛ ਹੈ ਜਿਹੜਾ ਕਿ ਬਦਨਾਮੀ ਵਾਲਾ ਹੋ ਵੀ ਜਾਂਦਾ ਹੈ, ਪਰ ਇੱਕ ਬੜੀ ਅਨੁਸ਼ਾਸਨਾਤਮਕ ਫੌਜ ਬਣੀ ਜਾਂਦੀ ਹੈ। ਜੇ ਇਸ ਤਰ੍ਹਾਂ ਮਤਲਬ ਕਿ ਇੱਕ ਸਤਿਕਾਰ ਹੁੰਦਾ ਪੂਰੇ ਵਰਲਡ ਦੇ ਵਿੱਚ ਕਿਸੇ ਵੀ ਆਰਮੀ ਦਾ ਕਿ ਯਾਰ ਆਰਮੀ ਬਹੁਤ ਅੱਛੀ ਹੈ, ਆਰਮੀ ਬਹੁਤ ਅੱਛੀ ਹੈ, ਆਰਮੀ ਮਨੁੱਖਤਾ ਦਾ ਕਾਣ ਕਰਦੀ ਹੈ, ਤਾਂ ਉਹ ਜਿਹੜਾ ਇੱਕ ਸਾਡਾ ਸਟੇਟਸ ਹੁੰਦਾ ਆਰਮੀ ਦਾ, ਤੇ ਜੇ ਉਹ ਰਾਜਸੀਕਰਨ ਹੋਏਗਾ ਤਾਂ ਉਹਦਾ ਸਟੇਟਸ ਪ੍ਰਭਾਵਿਤ ਹੁੰਦਾ ਹੈ ਪੂਰੀ ਦੁਨੀਆ ਦੇ ਵਿੱਚ। ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹਨਾਂ ਚੀਜ਼ਾਂ ਦਾ ਜਿਹੜਾ ਉਹ ਕੋਈ ਫਾਇਦਾ ਨਹੀਂ ਹੈਗਾ, ਦੇਖਣਾ ਚਾਹੀਦਾ। ਪਰ ਕੀ ਕਰੀਏ, ਜਿਵੇਂ ਅੱਗੇ ਕੈਪਟਨ ਸਾਹਿਬ 100 ਗੱਲ ਦੀ ਇੱਕ ਗੱਲ ਸੁਣਾ ਗਏ ਨੇ, ਇੱਕ ਨਿਸ਼ਚਿਤ ਰੈਂਕ ਤੋਂ ਉੱਤੇ ਫਿਰ ਸਿਆਸਤ ਇਨਵੋਲਵ ਹੋ ਜਾਂਦੀ ਹੈ। ਤਾਂ ਇਹੀ ਚੀਜ਼ ਹੈ ਕਿ ਜਦੋਂ ਸਿਆਸਤ ਜਿੱਥੇ ਵੀ ਇਨਵੋਲਵ ਹੋਏਗੀ ਉਹਨਾਂ ਨੇ ਆਪਣਾ ਫਾਇਦਾ ਦੇਖਣਾ ਨਹੀਂ ਜੀ। ਅੱਛਾ ਮਿੰਟੂ ਜੀ, ਚਲੋ ਆਪਾਂ ਹੁਣ ਵਾਪਸ ਆ ਜਾਈਏ। ਆਪਣੇ ਪੰਜਾਬ ਦੇ ਦੋ ਕੁ ਸਵਾਲ ਨੇ। ਇੱਕ ਤਾਂ ਕੇਜਰੀਵਾਲ ਸਾਹਿਬ ਆਏ ਨੇ, ਉਸ ਨੂੰ ਲੈ ਕੇ ਭਗਵੰਤ ਮਾਨ ਦੀ ਇੱਕ ਵਾਰੀ ਫਿਰ ਤੋਂ ਸੋਸ਼ਲ ਨੈਟਵਰਕ ਮੀਡੀਆ ਵੀ ਬੜੇ ਵੱਡੇ ਮਹਾਰਥੀ ਬੈਠੇ ਨੇ, ਬੁੱਧੀਜੀਵੀ ਬੈਠੇ ਨੇ, ਕਈ ਵਾਹਿਆਤ ਗੱਲਾਂ ਕਰਨ ਵਾਲੇ ਬੈਠੇ ਨੇ, ਤੇ ਕਈ ਬੜੀ ਸੋਹਣੀ ਗੱਲ ਕਰਦੇ ਨੇ, ਬੜੀ ਤਰਕ ਨਾਲ ਗੱਲ ਕਰਦੇ ਨੇ, ਬੜੇ ਲੰਬੇ ਲੰਬੇ ਲੇਖ ਲਿਖਦੇ ਨੇ। ਸੂਝਵਾਨ ਸੱਜਣ ਉਹਨਾਂ ਵਾਸਤੇ ਜਿਹੜਾ ਮੰਚ ਹੈ, ਮੈਂ ਕਹਿੰਦਾ ਕਿ ਬਾਕਮਾਲ ਲਿਖਦੇ ਨੇ ਉਹ। ਇਹ ਜਿਹੜੀ ਇਸ ਫੇਰੀ ਦੇ ਦਰਮਿਆਨ ਜਿਸ ਤਰੀਕੇ ਦੇ ਨਾਲ ਗੱਡੀਆਂ 'ਚੋਂ ਬਾਹਰ ਨਿਕਲ ਕੇ ਐ ਹੱਥ ਲਾਉਣ ਦਾ ਰਿਵਾਜ ਪੈਦਾ ਹੋ ਗਿਆ ਨਾ, ਉਹ ਮੈਨੂੰ ਲੱਗਦਾ ਕਿ ਹੁਣ ਕੀ ਕਹਿ ਲਈਏ ਕਿ ਉਹ ਭੇਡ ਚਾਲ ਵਾਲੀ ਗੱਲ ਹੀ ਹੋ ਗਈ ਹੈ ਕਿ ਤਾਈ ਦੀ ਧੀ ਚੱਲੀ ਕਿ ਮੈਂ ਕੋ ਰਵਾਂ ਕੱਲੀ, ਬਾਹਰ ਨਿਕਲ ਕੇ। ਹਾਂਜੀ, ਸੋ ਜਿੱਦਣ ਕੋਈ ਇਨਸੀਡੈਂਟ ਹੋ ਜਾਵੇਗਾ ਉਦੋਂ ਮੁੜ ਕੇ ਫੇਰ ਹੱਥ ਮਲਦੇ ਰਹਿ ਜਾਣਾ। ਮੈਂ ਇੱਕ ਪਹਿਲਾਂ ਵੀ ਗੱਲ ਕੀਤੀ ਹੈ, ਮੈਂ ਕੋਈ ਵਿਰੋਧੀ ਨਹੀਂ ਹੈ। ਮਤਲਬ ਭਗਵੰਤ ਮਾਨ ਦਾ ਕਾਫਲਾ ਜਾ ਰਿਹਾ ਮਿੰਟੂ ਜੀ, ਮੰਨ ਲਓ ਕਿ ਮਿੰਟੂ ਹੀ ਜਾ ਰਿਹਾ ਮੇਰੇ ਵਾਸਤੇ, ਮੈਂ ਚਾਵਲਾ ਖਲੋਤਾ ਜਾਂ ਚਾਵਲਾ ਜਾ ਰਿਹਾ ਤੇ ਮਿੰਟੂ ਖਲੋਤਾ, ਹੈ ਨਾ, ਤੇ ਮੈਂ ਬਾਹਰ ਨਿਕਲਿਆ, ਉਹ ਰੋਕੀ ਓਏ, ਉਹ ਫਿਰ ਵੀ ਰੁਕਦਿਆਂ 500-700 ਮੀਟਰ ਦੂਰ ਚਲ ਜੂਗੀ ਗੱਡੀ। ਡਰਾਈਵਰ ਜਿਹੜਾ ਉਹ ਪ੍ਰੋਟੋਕਾਲ ਫੋਲੋ ਕਰੂਗਾ, ਪੁੱਛੂਗਾ ਵੀ ਮੈਂ ਗੱਡੀ ਰੋਕਣੀ ਹੈ ਜਾਂ ਨਹੀਂ ਰੋਕਣੀ, ਔਰ ਭੱਜ ਕੇ ਉਹ ਬੰਦਾ ਮੁੱਖ ਮੰਤਰੀ ਦੇ ਲਾਗੇ ਇਵੇਂ ਇੰਨੀ ਨਜ਼ਦੀਕੀ ਨਾਲ ਆ ਸਕਦਾ ਜਾਂ ਨਹੀਂ ਆ ਸਕਦਾ, ਇਹ ਵੀ ਪ੍ਰੋਟੋਕਾਲ। ਕਿੱਥੇ ਗਈ ਸਿਕਿਉਰਿਟੀ? ਮਤਲਬ ਇੱਦਾਂ ਗੱਡੀਆਂ ਦਾ ਕਾਫਲਾ ਜਾ ਰਿਹਾ ਤੇ ਇੱਕ ਬੰਦਾ ਕਹਿ ਰਿਹਾ ਜੀ ਰੋਕੀ ਓਏ, ਤੇ ਡਰਾਈਵਰ ਗੱਡੀ ਰੋਕ ਦਿੰਦਾ ਬਿਨਾਂ ਪ੍ਰਵਾਹ ਕੀਤਿਆਂ ਕਿ ਮੁੱਖ ਮੰਤਰੀ ਮੇਰੀ ਗੱਡੀ 'ਚ ਬੈਠਾ। ਮਤਲਬ ਕਿੱਧਰ ਨੂੰ ਜਾ ਰਿਹਾ ਹੈ? ਕੀ ਸਿਸਟਮ? ਮਤਲਬ ਲੋਕ ਜਿਹੜੇ ਨੇ ਉਹ ਮਤਲਬ ਸਮਝਦੇ ਕਿ ਇਹ ਬੇਵਕੂਫ ਨੇ। ਮਤਲਬ ਇੱਦਾਂ ਮੁੱਖ ਮੰਤਰੀ ਦੀ ਗੱਡੀ ਰੁਕਦੀ ਹੈ, ਕਹਿੰਦੇ ਕਿ ਇੱਕ ਬੀਬੀ ਨੇ ਦਾਤੀ ਫੜ ਕੇ ਵੀ ਖਰੇ ਰੋਕ ਦਿੱਤੀ। ਇਹੋ ਜਿਹੀਆਂ ਵੀ ਖਬਰਾਂ ਆ ਰਹੀਆਂ ਨੇ। ਪਹਿਲਾਂ ਤਾਂ ਮੈਂ ਇੱਥੇ ਤੁਹਾਡਾ ਪ੍ਰਤੀਕਰਮ ਲੈਣਾ ਚਾਹੂੰਗਾ ਕਿ ਆਹ ਜਿਹੜੀ ਵੀਡੀਓ ਆ,
ਇਹ ਕੀ ਸੁਰੱਖਿਆ ਪੱਖੋਂ ਠੀਕ ਹੈ? ਦੇਖੋ ਇਹਨਾਂ ਦਾ ਹੁਣ ਕੀ ਪਤਾ ਕਿ ਫਿਕਸ ਐਚ ਇਸ ਤਰ੍ਹਾਂ ਦੀਆਂ ਆਪ ਪਲੈਨਿੰਗਾਂ ਨੇ ਕੁਝ ਨਹੀਂ ਕਿਹਾ ਜਾ ਸਕਦਾ। ਵੀਡੀਓ ਮੈਂ ਵੀ ਦੇਖੀ ਹੈ ਜੀ, ਵੀਡੀਓ ਤੇ ਹੋਰ ਆਈ ਪਈ ਹੈ ਜਿਹਦੇ ਵਿੱਚ ਪੁਰਾਣੀ ਹੈ ਵੈਸੇ ਉਹ ਵੀਡੀਓ, ਕੰਟੈਂਟ ਚ ਮਾਨ ਸਾਹਿਬ ਇਸ਼ਾਰੇ ਹੀ ਹੋਰ ਤਰ੍ਹਾਂ ਦੇ ਕਰਨ ਡਏ ਨੇ। ਵੀਡੀਓ ਤਾਂ ਕਈ ਆ ਰਹੀਆਂ ਨੇ, ਪਰ ਗੱਲ ਇਹ ਆ ਕਿ ਜੋ ਇਹ ਚੱਲਦਾ ਪਿਆ ਬਾਰੀ ਚੋਂ ਲੰਘੇ ਪਏ ਨੇ। ਪਹਿਲੀ ਗੱਲ ਹੈ ਕਿ ਆਮ ਬੰਦਾ, ਜੇ ਤੁਸੀਂ ਆਮ ਬੰਦਾ, ਚਲੋ ਇਹ ਮਹਿੰਗੀਆਂ ਗੱਡੀਆਂ ਸਾਡੇ ਕੋਲ ਤੇ ਹੈ ਨਹੀਂ, ਜਿਹਦੇ ਕੋਲ ਹੈਗੀਆਂ ਕੋਈ ਛੱਤ ਦੀ ਖੁੱਲਦੀ ਹੈ ਤੇ ਉਹ ਤਾਂ ਸਿਰ ਕੱਢ ਕੇ ਤੇ ਬਾਰੀ ਚ ਲੰਘ ਕੇ ਕੀ ਚੱਲ ਸਕਦਾ? ਕਿ ਇਹਨਾਂ ਲਈ ਕੋਈ ਟ੍ਰੈਫਿਕ ਦਾ ਰੂਲ ਕਾਇਦਾ ਨਹੀਂ ਹੈਗਾ। ਆ ਥੋੜੇ ਦਿਨ ਪਹਿਲਾਂ ਤੇ ਇਹਨਾਂ ਦਾ ਮੰਤਰੀ ਮਾਫੀ ਮੰਗ ਕੇ ਹਟਿਆ। ਮੇਨ ਗੱਲ ਤਾਂ ਇਹ ਹੈ ਨਾ ਕਿ ਚਲੋ ਇਹ ਤਾਂ ਸਿਆਸਤ ਬਹੁਤ ਕੁਛ ਕਰਦੀ ਹੈ, ਬਥੇਰੇ ਇਸ ਤਰ੍ਹਾਂ ਦੇ ਹੱਥ ਕੱਢੇ ਹੁੰਦੇ ਆ। ਉਹ ਤੇ ਆਟੋ ਵਾਲਿਆਂ ਤੱਕ ਵੀ ਉਹ ਮਤਲਬ ਕਿ ਇਸ ਤਰ੍ਹਾਂ ਪਤਾ ਹੁੰਦਾ ਵੀ ਰੋਟੀ ਕਿਹਦੇ ਘਰ ਖਾਣੀ, ਉਹ ਸਭ ਪਤਾ ਹੈ। ਇੱਥੋਂ ਤੱਕ ਕਿ ਸਾਨੂੰ ਤੇ ਇਹ ਵੀ ਪਤਾ ਸੀਗਾ ਕਿ ਜਦੋਂ ਮਾਨਸਾ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਕਿਸਾਨਾਂ ਦੇ ਨਾਮ ਤੇ, ਤਾਂ ਬੰਦੇ ਕਿਹੜੇ ਕਿਹੜੇ ਚੁਣ ਕੇ ਲਾਏ ਗਏ ਸਨ, ਬਿਠਾਏ ਗਏ ਸਨ ਸੀਟਾਂ ਤੇ। ਇੱਥੋਂ ਤੱਕ ਵੀ ਪਤਾ ਹੈ ਕਿ ਸਵਾਲ ਵੀ ਨਿਸ਼ਚਿਤ ਹੁੰਦੇ ਆ ਕਿ ਕਿਹੜੇ ਬੰਦੇ ਨੇ ਕਿਹੜੇ ਮੌਕੇ ਤੇ ਕਿਹੜਾ ਸਵਾਲ ਕਰਨਾ। ਇੱਕ ਵਾਰੀ ਇਸੇ ਤਰ੍ਹਾਂ ਦੀ ਸਭਾ ਦੇ ਵਿੱਚ, ਚੱਲਦੀ ਸਭਾ ਦੇ ਵਿੱਚ ਇੱਕ ਬੰਦਾ ਭੁੱਲ ਗਿਆ ਸਵਾਲ ਔਰ ਉਹ ਘਬਰਾ ਗਿਆ ਔਰ ਉਹਨੂੰ ਪਾਣੀ ਜੱਕ ਦੇਣਾ ਪਿਆ ਸੀਗਾ, ਕਿਉਂਕਿ ਕਈ ਵਾਰ ਬੰਦਾ ਹੋ ਜਾਂਦਾ ਦੁਵਿਧਾ ਦਾ ਸ਼ਿਕਾਰ ਹੋ ਜਾਂਦਾ। ਸੋ ਰਾਜਨੀਤੀ ਚਲੋ ਠੀਕ ਹੈ, ਉਹ ਆਪਣੇ ਪੱਧਰ ਤੇ ਹਰੇਕ ਪਾਰਟੀ ਕਰਦੀ ਹੈ, ਇਸ ਤਰ੍ਹਾਂ ਦੇ ਇਕੱਲੇ ਕਰਦੀ ਹੈ। ਪਰ ਅੱਜ ਉਹ ਚੱਲਦਾ ਪਿਆ ਕੰਮ ਕਿ ਜੇ ਤਾਂ ਕੋਈ ਆਮ ਬੰਦਾ ਇਸ ਤਰ੍ਹਾਂ ਦੀ ਕੋਈ ਹਰਕਤ ਕਰਦਾ ਹੈ ਤਾਂ ਤੁਸੀਂ ਉਹਦਾ ਚਲਾਨ ਕੱਟਦੇ ਹੋ। ਅੱਜ ਕੱਲ੍ਹ ਚੰਡੀਗੜ੍ਹ ਦੇ ਵਿੱਚ ਤੇ ਕਹਿੰਦੇ ਕਿ ਜੇ ਤੁਸੀਂ 60 ਤੋਂ ਵੀ ਗੱਡੀ ਉੱਤੇ ਕਰਤੀ ਨਾ, 1 ਕਿਲੋਮੀਟਰ ਦੀ ਵੀ ਸਪੀਡ ਉੱਤੇ ਹੋ ਗਈ ਤਾਂ ਚਲਾਨ ਕਰਿਆ ਜਾਣਾ ਤੁਹਾਡਾ। ਮੋਹਾਲੀ 'ਚ ਵੀ ਹੁਣ ਸਖਤੀ ਕਰੀ ਜਾਂਦੇ ਆ। ਪੰਜਾਬ ਦੀਆਂ ਆਮ ਸੜਕਾਂ ਤੇ ਚੈਕਿੰਗ ਹੁੰਦੀ ਹੈ, ਬਹੁਤ ਬੁਰੀ ਤਰ੍ਹਾਂ ਚੈਕਿੰਗ ਕਰਦੇ ਆ ਤੇ ਬਹੁਤ ਬੁਰੀ ਤਰ੍ਹਾਂ ਫਿਰ ਚਲਾਨ ਵੀ ਕੱਢਦੇ ਆ। ਸੋ ਮੈਨੂੰ ਤੇ ਇਹ ਚੀਜ਼ ਵੀ ਠੀਕ ਨਹੀਂ, ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਭਗਵੰਤ ਮਾਨ ਡਿੱਗੀ 'ਚ ਖਲੋਤੇ ਆ, ਭਗਵੰਤ ਮਾਨ ਬਾਰੀ 'ਚ ਖਲੋਤੇ ਆ, ਭਗਵੰਤ ਮਾਨ ਕੀ ਕਰ ਰਹੇ ਆ। ਮਸਲਾ ਇਹ ਹੈ ਕਿ ਤੁਸੀਂ ਐਗਜ਼ਾਮਪਲ ਕਿਸ ਤਰ੍ਹਾਂ ਦੀ ਸੈੱਟ ਕਰਦੇ ਹੋ, ਕਿਉਂਕਿ ਆਹੀ ਹਰਕਤ ਕਰਕੇ ਤੇ ਤੁਹਾਡਾ ਜਿਹੜਾ ਮੰਤਰੀ ਹੈ ਉਹ 4 ਦਿਨ ਪਹਿਲਾਂ ਮਾਫੀ ਮੰਗ ਕੇ ਹਟਿਆ। ਸਭ ਤੋਂ ਵੱਡੀ ਗੱਲ ਹੈ ਕਿ ਗੱਡੀ ਡਰਾਈਵਰ ਨੂੰ ਵੀ ਉਹ ਰੋਕੀ, ਉਹ ਸੁਣ ਗਿਆ ਤੇ ਡਰਾਈਵਰ ਨੇ ਬਿਨਾਂ ਪ੍ਰਵਾਹ ਕੀਤਿਆਂ, ਜਿੱਦਾਂ ਭੂਆ ਦਾ ਪੁੱਤ ਖਲੋਤਾ ਹੁੰਦਾ ਸਟਾਪ ਸਾਈਨ ਤੇ, ਗੱਡੀ ਰੋਕ ਦਿੱਤੀ ਭੱਜ ਕੇ ਵੀ ਸਵਾਰੀ ਚੱਕਣੀ ਆਪਾਂ ਹੈ। ਤੇ ਉਹ ਕਿੰਨਾ ਨਜ਼ਦੀਕ ਆ ਕੇ ਮੁੱਖ ਮੰਤਰੀ ਤੇ ਗੱਲ ਕਰਦਾ। ਗੱਲ ਮੁੱਖ ਮੰਤਰੀ ਦੀ ਗਰਮਾਂ ਦੀ ਵੀ ਹੈ। ਜਿਵੇਂ ਬਾਰੀ ਚੋਂ ਬਾਹਰ ਨਿਕਲਦੇ ਨੇ, ਤੁਸੀਂ ਦਸਤਾਰ ਸਜਾਈ ਹੈ, ਮਾੜਾ ਜਿਹਾ ਹਵਾ ਦਾ ਬੁੱਲਾ ਆਵੇ ਜਾਂ ਕੋਈ ਸ਼ਰਾਰਤੀ ਇਹੋ ਜਿਹਾ ਖਲੋਤਾ ਹੋਵੇ, ਵੇਖੀ ਜਾਊਗੀ ਬਾਅਦ ਚ ਕੁਝ ਵੀ ਹੋਵੇ ਤੇ ਤੁਹਾਡੇ ਨਾਲ ਕੋਈ ਹਰਕਤ ਕਰ ਦੇਵੇ ਤਾਂ ਉਹਦੇ ਉੱਤੇ ਕਿੰਨਾ ਹੱਲਾ ਗੁੱਲਾ ਉੱਠਣਾ। ਪਰ ਤੁਸੀਂ ਇਹੋ ਜਿਹੀਆਂ ਹਰਕਤਾਂ, ਤੁਸੀਂ ਹੁਣ ਮੁੱਖ ਮੰਤਰੀ ਹੋ ਪੰਜਾਬ ਦੇ, ਨਾ ਕਿ ਕਮੇਡੀਅਨ, ਮੁੱਖ ਮੰਤਰੀ ਹੋ, ਤੇ ਮੁੱਖ ਮੰਤਰੀ ਦੀ ਗਰਮਾ ਬਹੁਤ ਵੱਡੀ ਆ। ਹੋਰ ਵੀ ਕਿਸ ਸੂਬੇ ਦੇ ਮੁੱਖ ਮੰਤਰੀ ਹੋ, ਇਹ ਵੀ ਦੇਖਣ ਵਾਲੀ ਗੱਲ ਹੈ। ਖੈਰ 1 ਜੁਲਾਈ ਤੋਂ ਬਿਜਲੀ ਮੁਫਤ ਹੋ ਰਹੀ ਹੈ ਜੀ, ਕੀ ਕਹਿਣਾ ਚਾਹੋਗੇ? ਦੇਖੋ ਇਹਦੇ ਵਿੱਚ ਅਰਵਿੰਦ ਕੇਜਰੀਵਾਲ ਬੜੀਆਂ ਕਮਾਲ ਦੀਆਂ ਕਹਿ ਲਓ ਕਿ ਗੱਲਾਂ ਕਰਦੇ। ਅਰਵਿੰਦ ਕੇਜਰੀਵਾਲ ਕੱਲ ਕਰ ਗਏ ਨੇ ਐਲਾਨ ਕਿ 1 ਜੁਲਾਈ ਤੋਂ ਮਤਲਬ ਕਿ ਬਿਜਲੀ ਫ੍ਰੀ ਹੋਏਗੀ। ਗੱਲ ਸੁਣ ਕੇ ਤੇ ਦਿਲ ਕਹਿ ਲਓ ਕਿ ਬਾਗੋ ਬਾਗ ਹੋ ਜਾਂਦਾ ਕਿ ਬਿਜਲੀ ਫ੍ਰੀ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ, ਬਿਜਲੀ ਫ੍ਰੀ ਹੋਣ ਜਾ ਰਹੀ ਹੈ। ਪਰ ਗੱਲ ਇਹ ਆ ਕਿ ਅਸਲ ਦੇ ਵਿੱਚ ਉਹ ਜੋ ਦੱਸਦੇ ਉਹਦੇ ਤੋਂ ਉਲਟ ਹੁੰਦਾ, ਕਿਉਂਕਿ ਸਾਰੇ ਪੰਜਾਬ ਦੀ ਬਿਜਲੀ ਫ੍ਰੀ ਨਹੀਂ ਹੋਣੀ। ਇਹ ਅੱਗੇ ਆਪਾਂ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ ਕਿ ਇੱਕ ਕਹਿ ਲਓ ਕਿ ਕੰਡੀਸ਼ਨ ਹੈ, ਇਹਦੇ ਤੇ ਕੰਡੀਸ਼ਨ ਹੈ ਕਿ ਜੇ 600 ਯੂਨਿਟ ਤੋਂ ਮਤਲਬ ਕਿ ਜਨਰਲ ਵਰਗ ਦੀ 600 ਯੂਨਿਟ ਤੋਂ ਬਿਜਲੀ ਉੱਤੇ ਚਲੇ ਜਾਂਦੀ ਹੈ ਖਪਤ, ਜਿਹੜੀ ਕਿ ਹੋ ਜਾਂਦੀ ਹੈ ਮਤਲਬ ਕਿ ਥੋੜਾ ਜਿਹਾ ਸਰਦਾ ਘਰ ਆ ਉਹਦੀ ਕੰਜਪਸ਼ਨ ਚਲੇ ਜਾਂਦੀ ਹੈ, ਜਾਂ ਆਮ ਘਰ ਦੀ ਵੀ ਜਿਹੜਾ ਵੱਡਾ ਘਰ ਹੈ ਕੰਜਪਸ਼ਨ ਚਲੇ ਜਾਂਦੀ ਹੈ। ਤਾਂ ਇਹ ਹੁਣ ਕਹਿ ਰਹੇ ਨੇ ਕਿ ਸਾਰੇ ਪੰਜਾਬ ਦੀ, ਹੁਣ ਇਹੀ ਡਾਇਲੋਗ ਸ਼ਾਇਦ ਹੋ ਸਕਦਾ ਬਾਹਰ ਵੀ ਹੋ ਜਾ ਕੇ ਕਹਿ ਦੇਣ ਕਿ ਪੰਜਾਬ ਦੇ ਵਿੱਚ ਬਿਜਲੀ ਫ੍ਰੀ ਹੋਊਗੀ। ਪਰ ਆਪਾਂ ਨੂੰ ਪਤਾ ਹੈ ਕਿ ਉਹ ਇੱਕ ਸ਼ਰਤ ਹੈ, ਔਰ ਉਸ ਸ਼ਰਤ ਨੂੰ ਪੂਰਾ ਕਰਨ ਲਈ ਇੱਥੇ ਤੇ ਪੰਜਾਬੀਆਂ ਨੇ ਜੁਗਾੜ ਲਾ ਛੱਡੇ ਨੇ। ਅੱਜ ਇੱਕ ਅਖਬਾਰ ਦੇ ਵਿੱਚ ਰਿਪੋਰਟ ਆ ਕਿ 600 ਯੂਨਿਟ ਤੋਂ ਉੱਤੇ ਮਤਲਬ ਕਿ ਇੱਕ ਘਰ 'ਚ 2 ਮੀਟਰ ਲਵਾਉਣ ਵਾਲੇ ਜਾ ਕੇ ਕੋਈ ਕਹਿੰਦਾ ਜੀ ਮੈਂ ਮੇਰਾ ਮੁੰਡਾ ਬੇਦਖਲ ਹੈ ਪਰ ਰਹਿੰਦਾ ਉੱਥੇ ਹੀ ਹੈ, ਮੈਂ ਅੱਡ ਲਵਾਉਣਾ ਮੀਟਰ। ਕੋਈ ਘਰ ਵਾਲਾ ਤੇ ਉਹ ਕਹਿੰਦੇ ਜੀ ਨਹੀਂ ਸਾਨੂੰ 2 ਮੀਟਰ ਦੇ ਦੇ। ਘਰ ਵਾਲੀ ਬੋਲਦੀ ਨਹੀਂ ਅੱਜ ਕੱਲ੍ਹ, ਲਾਈਟ ਨਹੀਂ ਹੋ ਜਾਂਦੀ। ਸੋ ਇਸ ਤਰ੍ਹਾਂ ਦੇ ਲੋਕ ਜਿਹੜੇ ਜੁਗਾੜ ਲਾ ਰਹੇ ਨੇ, ਮਤਲਬ ਕਿ ਬਹੁਤ ਸਾਰੇ ਦਾਅਵੇ ਨੇ ਜਿਹੜੇ ਟੋਟਲ ਦਾਅਵੇ ਕੀਤੇ ਗਏ, ਕਹਿੰਦੇ ਕਿ 68,812 ਮਨਜ਼ੂਰ ਹੋਇਆ, ਸਾਰੇ 38,000। ਤਾਂ ਇਹਦਾ ਮਤਲਬ ਕਿ ਖਾਰਜ ਬਹੁਤ ਵੱਡੇ ਪੱਧਰ ਤੇ ਜਿਹੜੇ ਦਾਅਵੇ ਉਹ ਖਾਰਜ ਕਰ ਦਿੱਤੇ ਗਏ। ਕਹਿਣ ਦਾ ਭਾਵ ਇਹ ਕਿ ਜੇ ਹੁਣ ਦੇਖੋ ਤਥਾਤਮਕ ਚੀਜ਼ ਹੁੰਦੀ ਹੈ, ਇਹਦਾ ਫਾਇਦਾ ਹੁੰਦਾ ਹੈ।
ਤੱਥਾਂ ਨੂੰ ਤੁਸੀਂ ਚੈਲੰਜ ਨਹੀਂ ਕਰ ਸਕਦੇ। ਇੱਕ ਪਾਸੇ ਇੱਕ ਅੱਜ ਅਖਬਾਰ ਨੇ ਬਿਆਨ ਛਾਪਿਆ ਕਿ ਕੇਜਰੀਵਾਲ ਕਹਿੰਦੇ ਕਿ पंजाब की बिजली 1 जुलाई से मुफ्त, तो दूसरे अखबार से की है कि नहीं मुफ्त हासिल करने ਲਈ जुगाड़बंदी हो रही है। इस करके एक तथ्यात्मक चीज है कि वो कहते ठीक रहे ने, अपनी जगह ठीक कह रहे हैं कि जिन्ना भी उस शर्त के तहत बिजली की खपत होनी को होएगी उन्होंने वास्ते फ्री है एक तरह नाल, पर जिन्ना की वो खपत तय पैमाने तो उत्ते जाएगी उन्होंने वास्ते ये फ्री नहीं हैगी। ਪੰਜਾਬ ਦੇ ਬੱਸ ਮਾਲਕਾਂ ਨੂੰ ਰਾਹਤ ਚਾਹੀਦਾ ਤੇ ਹੈ ਕਿ 600 ਯੂਨਿਟ ਤੱਕ ਤੁਸੀਂ ਕਹਿ ਰਹੇ ਹੋ, 600 ਤੋਂ ਵੱਧ ਜੇਕਰ ਕਿਸੇ ਦੀ ਬਲਦੀ ਹੈ ਤੇ ਉਹ 600 ਤੋਂ ਵੱਧ ਜਿਹੜੀ ਹੈ ਉਹਦਾ ਐਕਸਟਰਾ ਰੈਗੂਲਰ ਰੇਟ ਚਾਰਜ ਕੀਤਾ ਜਾਣਾ ਚਾਹੀਦਾ। ਜੇ ਤੁਸੀਂ 600 ਫ੍ਰੀ ਦੇ ਰਹੇ ਹੋ ਤੇ ਦੇ ਰਹੇ ਹੋ, ਅਗਲੇ ਦੀ ਜੇ ਵੱਧ नहीं देखो मैं इस चीज के नाल बिल्कुल असहमत हाँ। नहीं चाहिए फ्री, नहीं चाहिए, सानू बिजली फ्री नहीं चाहिए, बिजली सानू 24 घंटे चाहिए, 24 घंटे चाहिए, सस्ती साडे चाहिए काम करना और ਉਹਦੇ ਰੇਟ कह लो कि अफोर्डेबल ਹੋਣ। ਜਿੱਥੇ ਅਸੀਂ ਆਪਣੇ ਰਸੋਈ ਦਾ ਖਰਚਾ ਲਾ ਲਓ ਕਿ 5000 7000 ਮੰਥ ਦਾ ਕੋਈ ਕਰਦੇ ਆ ਤਾਂ 1000 2000 ਰੁਪਏ ਬਿਜਲੀ ਦਾ ਅਸੀਂ ਦੇ ਦਾਂਗੇ, ਕੋਈ ਵੱਡੀ ਗੱਲ ਨਹੀਂ ਹੈ, ਕੋਈ ਵੱਡੀ ਗੱਲ ਨਹੀਂ ਹੈ। ਪਰ ਬਿਜਲੀ ਆਉਣੀ ਤੇ ਚਾਹੀਦੀ ਹੈ। 8-8 ਘੰਟੇ 10-10 ਘੰਟੇ ਬਿਜਲੀ ਨਹੀਂ ਆਉਂਦੀ, ਬਿਜਲੀ ਆਈ ਨਹੀਂ। ਜੇ ਬਿਜਲੀ ਨਹੀਂ ਆਏਗੀ ਤਾਂ ਫਿਰ ਕੀ ਕੱਟੇ ਨੂੰ ਮਨ ਦੁੱਧ ਦਾ ਕੀ ਭਾਰ? ਗੱਲ ਇਹ ਹੈ ਕਿ ਇਹ ਚੀਜ਼ ਕਰਨੀ ਚਾਹੀਦੀ ਹੈ ਕਿ ਜਿਹੜੇ ਲੋਕ ਬਿੱਲ ਭਰ ਸਕਦੇ ਆ ਉਹ ਬਿੱਲ ਭਰਨ। ਇਹ ਮੁਫਤਖੋਰੀ ਵਾਲੀ ਚੀਜ਼ ਨੇ ਤਾਂ ਬੇੜਾ ਗਰਕ ਕਰ ਦਿੱਤਾ। ਤੁਸੀਂ ਅੱਜ ਦੇਖੋ ਨਾ, ਇੱਕ ਨਿਊਜ਼ ਰਿਪੋਰਟ ਸੀਗੀ ਉਹਦੇ ਚ 9000 ਕਰੋੜ ਦਾ ਕਰਜ਼ਾ ਹੁਣ ਨਵੀਂ ਸਰਕਾਰ ਨੇ ਚੁੱਕ ਲਿਆ ਹੁਣ ਤੱਕ। ਤੁਸੀਂ ਹਿਸਾਬ ਲਾ ਲਓ 9000 ਕਰੋੜ 3 ਮਹੀਨਿਆਂ ਦਾ ਪੀਰੀਅਡ ਹੈ, ਮਤਲਬ ਕਿ ਪਰ ਮੰਥ ਕਿੰਨਾ ਹੋ ਗਿਆ? 3000 ਕਰੋੜ ਤਾਂ ਮਹੀਨੇ ਦਾ ਤੁਸੀਂ ਦਿਨ ਦਾ ਲਾ ਲਓ ਕਿੰਨਾ ਹੋ ਗਿਆ। ਕੈਲਕੂਲੇਸ਼ਨ ਕਰਕੇ ਦੇਖੋ ਕਿ ਇੱਕ ਦਿਨ ਅਸੀਂ ਮਤਲਬ ਕਿ ਇੱਕ ਦਿਨ ਜੇ ਕੱਟ ਰਹੇ ਹਾਂ ਤਾਂ ਉਹਦਾ ਕਿੰਨਾ ਪੇ ਕਰ ਰਹੇ ਹਾਂ ਜੀ ਜੀ ਪੰਜਾਬੀ ਲੋਕ। तो ये मुफ्त खोरियां ने अगे बढ़वाया था। मैं इस चीज के नाल नहीं, मैं कहना कि लाइट दो, सस्तियां दरां होण। नहीं आई मीन कि बिल्कुल ਤੁਹਾਡੀ ਗੱਲ ਸਹੀ ਹੈ ਮਿੰਟੂ, ਤੁਹਾਡੀ ਨਿਰਭਰਤਾ ਕੇਂਦਰ ਤੇ ਨਾ ਰਹੇ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਪਰ ਜੇ ਮਤਲਬ ਮੈਣਾ ਮਾਨੂ ਵਾਲੀ ਗੱਲ ਆ ਕਿ ਆਉਣੀ ਨਹੀਂ ਗੱਲ ਵੱਖਰੀ, ਸਸਤੀ ਨਹੀਂ ਕਰਦੇ, ਪਰ ਜੇ ਦੇ ਹੀ ਰਿਹਾ ਤੇ ਉੱਤੇ ਫਿਰ ਮਤਲਬ ਉਹ ਸੰਸਾਈ ਕਿਉਂ ਲੜਕਾਈ ਰੱਖਣਾ ਸੂਲੀ ਤੇ ਵੀ 601 ਵੱਧ ਬਣ ਗਿਆ ਤੇ ਫਿਰ ਨਾਲ ਵੀ ਸਾਰੇ ਪੈਸੇ ਦੇਣੇ ਪੈਣੇ, ਉਹ ਵੀ ਤਾਂ ਇੱਕ ਮਤਲਬ ਫੰਡਾ ਹੀ ਹੈ ਨਾ। ਮੈਂ ਉਹਦੀ ਗੱਲ ਕਰ ਰਿਹਾ ਸੀ। ਤੁਹਾਨੂੰ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਧੰਨਵਾਦ, ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।